एक खेतीबाड़ी ਦੇ ਜਿਹੜੇ ਤਿੰਨ ਕਾਨੂੰਨ ਬਣਾਏ ਨੇ ਇਹ ਕਿਸਾਨਾਂ ਦੇ ਹਿੱਤ ਦੇ ਲਈ ਬਣਾਏ ਗਏ ਨੇ। ਕਿਸਾਨ ਨੂੰ ਸੁਤੰਤਰਤਾ ਦੇਣ ਲਈ, ਕਿਸਾਨ ਨੂੰ ਮਜ਼ਬੂਤ ਕਰਨ ਲਈ, ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਬਣਾਏ ਗਏ ਨੇ। ਨਾ ਐਮਐਸਪੀ ਖਤਮ ਹੋ ਰਹੀ ਹੈ, ਨਾ ਮੰਡੀ ਖਤਮ ਹੋ ਰਹੀ ਹੈ, ਨਾ ਸਰਕਾਰੀ ਖਰੀਦ ਖਤਮ ਹੋ ਰਹੀ ਹੈ। ਵਿਰੋਧੀ ਪੱਖਾਂ ਨੇ ਪੰਜਾਬ ਦੇ ਅੰਦਰ ਇੱਕ ਭਰਮ ਔਰ ਝੂਠ ਦਾ ਬੋਲਬਾਲਾ ਜਿਹੜਾ ਉਹ ਪੈਦਾ ਕੀਤਾ ਹੈ। जिहानी साहब कह रहे हैं कि ਜਿਹੜੇ ਸਾਬਕਾ ਮੰਤਰੀ ਉਹ ਕਹਿ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ, ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈ। ਕਿ ਮੈਂ ਜਾਨੀ ਸਾਹਿਬ ਦਾ ਸਾਰੀ ਗੱਲ ਸੁਣੀ ਹੈ। ਸਾਰੀ ਪਾਰਟੀ ਕਿਸਾਨਾਂ ਦੇ ਹਿੱਤ 'ਚ ਹੈ। ਮੀਟਿੰਗ ਦੇ ਅੰਦਰ ਇਹ 2 ਘੰਟੇ ਬੈਠਕ ਚੱਲੀ ਹੈ। ਮੈਮੋਰੈਂਡਮ ਵੀ ਕਿਸਾਨ ਉੱਥੇ ਯੂਨੀਅਨਾਂ ਦੇ ਕੇ ਆਈਆਂ, ਲੇਕਿਨ ਬਾਹਰ ਆ ਕੇ ਉਹਨਾਂ ਨੇ ਦੂਸਰਾ ਪੱਖ ਰੱਖਿਆ। ਅੱਜ ਵੀ ਪਾਰਟੀ ਦਾ ਪੂਰਾ ਪ੍ਰयास ਹੈ ਕਿ ਗੱਲਬਾਤ ਦੇ ਮਾਧਿਅਮ ਦੇ ਨਾਲ ਪੰਜਾਬ ਦਾ ਕਿਸਾਨ ਜਿਹੜਾ ਸਾਨੂੰ ਵੀ ਨਹੀਂ ਚੰਗਾ ਲੱਗਦਾ ਕਿ ਉਹ ਬਾਹਰ ਧਰਨਿਆਂ ਤੇ ਬੈਠੇ, ਰੇਲ ਤੇ ਬੈਠੇ। ਅਸੀਂ ਸੰਵੇਦਨਸ਼ੀਲ ਲੋਕ ਹਾਂ, ਸੰਵੇਦਨਸ਼ੀਲ ਪਾਰਟੀ ਹਾਂ। ਪੈਨਲ ਦੇ ਅੰਦਰ ਖੇਤੀਬਾੜੀ ਮੰਤਰੀ ਜੀ ਨੇ ਕਿਹਾ ਕਿ ਮੈਂ ਕਿਸੇ ਵੀ ਵੇਲੇ ਕਿਸੇ ਵੀ ਕਿਸਾਨ ਯੂਨੀਅਨ ਨੂੰ, ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਕੋਈ ਵੀ ਵਿਅਕਤੀ ਮੈਨੂੰ ਮਿਲਣਾ ਚਾਹੁੰਦਾ, ਮੈਂ ਮਿਲਣ ਨੂੰ ਤਿਆਰ ਹਾਂ। कि इस सब ਵਿੱਚ देरी नहीं हो गई कि मतलब जो कनेक्ट पहले होना चाहिए सी, जो एक्सप्लेनेशन जो ब्रीफिंग पहले होनी चाहिए सी, उस ਵਿੱਚ लेट हो गए? ऐसा नहीं है। ब्रीफिंग तो पार्टी ने 29 तरीक ਨੂੰ बैठक हुई है, 2 घंटे बैठक चली है केंद्र के नेतृत्व नाल। कहूँगा कि सरकार ने प्रायोजित ਜਿਹੜੇ मामले ने कि इस अंदोलन ਨੂੰ सरकार जिस प्रकार अंदोलन की आड़ च अपनियां नलैकियां छुपा रही है वो दुर्भाग्यपूर्ण है। बीजेपी कभी RDF रोक लैंदी है, कभी GST ਦੀਆਂ ਕਿਸ਼ਤਾਂ ਡਿਲੇ ਕਰਦੀ ਹੈ। ਇਹਨਾਂ ਸਭ ਮੁੱਦਿਆਂ ਨਾਲ ਤੁਸੀਂ ਕਿਵੇਂ ਨਜਿੱਠੋਗੇ? बीजेपी नहीं रोकती, केंद्र की सरकार और पंजाब की सरकार का मामला है। केंद्र ਨੂੰ ਆਪਣੇ ਦੁਆਰਾ ਭੇਜੇ ਗਏ ਪੈਸੇ ਦੀ ਜਾਣਕਾਰੀ ਲੈਣ ਦਾ ਅਧਿਕਾਰ ਹੈ ਜਾਂ ਨਹੀਂ ਹੈ? ਜਿਹੜਾ ਗ੍ਰਾਮੀਣ ਵਿਕਾਸ ਦੇ ਲਈ ਪੈਸਾ ਆਇਆ, ਕਿਆ ਉਹ ਉੱਥੇ ਖਰਚਿਆ ਗਿਆ ਜਾਂ ਨਹੀਂ ਖਰਚਿਆ ਗਿਆ? ਇਹ ਗੱਲ ਪੁੱਛਣਾ ਕਿਆ ਗੁਨਾਹ ਹੈ? ਸਰਕਾਰ ਆਪਣੀਆਂ ਨਲਾਇਕੀਆਂ ਛੁਪਾਉਣ ਦੇ ਲਈ ਕੇਂਦਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ, ਔਰ ਕੋਈ ਗੱਲ ਨਹੀਂ ਹੈ। ਕੇਂਦਰ ਦੀ ਸਰਕਾਰ ਮਾਲ ਗੱਡੀਆਂ ਵੀ ਚਲਾਉਣ ਦੇ ਪੱਖਧਾਰ ਹੈ ਔਰ ਪੈਸੇਂਜਰ ਟ੍ਰੇਨ ਚਲਾਉਣ ਦੇ ਅੰਦਰ ਵੀ ਪੱਖਧਾਰ ਹੈ, ਲੇਕਿਨ ਸਟੇਟ ਗਵਰਨਮੈਂਟ ਨੂੰ ਸਿਕਿਉਰਿਟੀ ਕਲੀਅਰੈਂਸ ਦੇਣੀ ਪਏਗੀ। ਉਹਨਾਂ ਨੇ ਮਾਲ ਗੱਡੀਆਂ ਪਿੱਛੇ ਜੀ ਚਲਾਈਆਂ, ਅੱਗੇ ਕੋਈ ਖੜਾ ਹੋ ਗਿਆ, ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਜੇ, ਉਹਦੀ ਗਰੰਟੀ ਕੌਣ ਲਏਗਾ? ਸਤਿ ਸ਼੍ਰੀ ਅਕਾਲ, ਜਗਬਾਣੀ ਟੀਵੀ ਤੇ ਸਵਾਗਤ ਹੈ ਤੁਹਾਡਾ। ਮੈਂ ਹਾਂ ਤੁਹਾਡੇ ਨਾਲ ਸ਼ਮਿਤ। ਪੰਜਾਬ ਵਿੱਚ ਕੁਝ ਖਾਸ ਮੁੱਦੇ ਹੀ ਗੂੰਜ ਰਹੇ ਨੇ। ਖੇਤੀ ਕਾਨੂੰਨ, ਕਿਸਾਨ ਅੰਦੋਲਨ, ਸਰਕਾਰਾਂ ਦਾ ਆਪਸ ਵਿੱਚ ਟਕਰਾਅ ਤੇ ਇਸ ਤੋਂ ਇਲਾਵਾ ਕਿਸਾਨੀ ਮੁੱਦੇ ਜਿਹੜੇ ਕਿਸਾਨ ਜਾਂ ਫਿਰ ਰੇਲਵੇ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੈ। ਇਹਨਾਂ ਸਾਰੇ ਮੁੱਦਿਆਂ ਦੇ ਨਾਲ ਬੀਜੇਪੀ ਕਿਵੇਂ ਨਜਿੱਠੇਗੀ ਜਾਂ ਕਿਵੇਂ ਨਜਿੱਠ ਰਹੀ ਹੈ, ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਬੀਜੇਪੀ ਦੀ ਪ੍ਰਧਾਨ ਅਸ਼ਵਨੀ ਸ਼ਰਮਾ ਸਾਡੇ ਨਾਲ ਮੌਜੂਦ ਨੇ। ਅਸ਼ਵਨੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅਸ਼ਵਨੀ ਜੀ, ਇਹ ਮੁੱਦੇ ਕਾਫੀ ਗੰਭੀਰ ਨੇ ਤੇ ਤੁਸੀਂ ਤੁਹਾਡੇ ਅਲਾਈ ਵੀ ਅੱਡ ਹੋ ਗਏ ਨੇ। ਇਹ ਸਾਰੇ ਮੁੱਦਿਆਂ ਨਾਲ ਤੁਸੀਂ ਕਿਵੇਂ ਨਜਿੱਠੋਗੇ? ਕਿਸਾਨਾਂ ਤੱਕ ਤੁਹਾਡਾ ਮੈਸੇਜ ਜਿਹੜਾ ਹੈ, ਤੁਸੀਂ ਕਹਿ ਰਹੇ ਹੋ, ਤੁਹਾਡੀ ਪਾਰਟੀ ਦੇ ਕਈ ਸੀਨੀਅਰ ਆਗੂ ਕਹਿ ਰਹੇ ਨੇ ਕਿ ਮੈਸੇਜ ਨਹੀਂ ਪਹੁੰਚ ਰਿਹਾ, ਫਿਰ ਕਿਵੇਂ ਤੁਸੀਂ ਆਪਣਾ ਮੈਸੇਜ ਪਹੁੰਚਾਓਗੇ? ਐਸਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕੇਂਦਰ ਦੀ ਸਰਕਾਰ ਨੇ ਇਹ ਖੇਤੀਬਾੜੀ ਦੇ ਜਿਹੜੇ 3 ਕਾਨੂੰਨ ਬਣਾਏ ਨੇ ਇਹ ਕਿਸਾਨਾਂ ਦੇ ਹਿੱਤ ਦੇ ਲਈ ਬਣਾਏ ਗਏ ਨੇ। ਕਿਸਾਨ ਨੂੰ ਸੁਤੰਤਰਤਾ ਦੇਣ ਲਈ, ਕਿਸਾਨ ਨੂੰ ਮਜ਼ਬੂਤ ਕਰਨ ਲਈ, ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਬਣਾਏ ਗਏ ਨੇ। ਲੇਕਿਨ ਪੰਜਾਬ ਦੇ ਅੰਦਰ ਕੁਝ ਵਿਰੋਧੀ ਪੱਖਾਂ ਨੇ ਪੰਜਾਬ ਦੇ ਅੰਦਰ ਇੱਕ ਭਰਮ ਔਰ ਝੂਠ ਦਾ ਬੋਲਬਾਲਾ ਜਿਹੜਾ ਉਹ ਪੈਦਾ ਕੀਤਾ ਹੈ। ਪਹਿਲਾ ਝੂਠ ਇਹਨਾਂ ਨੇ ਇਹ ਬੋਲਿਆ ਕਿ MSP ਖਤਮ ਹੋ ਜਾਣੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਔਰ ਖੇਤੀਬਾੜੀ ਮੰਤਰੀ ਜੀ ਨੇ ਵੀ ਪਾਰਲੀਮੈਂਟ ਹਾਊਸ ਦੇ ਅੰਦਰ ਇਹ ਗੱਲ ਕਹੀ ਕਿ MSP ਹੈਗੀ ਹੈ, MSP ਰਹੇਗੀ। ਉਹਦੇ ਬਾਅਦ ਇਹਨਾਂ ਨੇ ਮੰਡੀ ਸਿਸਟਮ ਸਮਾਪਤ ਹੋ ਜਾਏਗਾ ਇਹਦੀ ਗੱਲ ਕੀਤੀ। ਮੰਡੀ ਸਿਸਟਮ ਸਟੇਟ ਦਾ ਵਿਸ਼ੇ ਹੈ ਔਰ ਕੇਂਦਰ ਦੀ ਕਿਤੇ ਵੀ ਮਨਸ਼ਾ ਸਟੇਟ ਦੇ ਮੰਡੀ ਸਿਸਟਮ ਦੇ ਨਾਲ ਛੇੜਛਾੜ ਕਰਨ ਦੀ ਨਹੀਂ ਹੈ। ਨਾ MSP ਖਤਮ ਹੋ ਰਹੀ ਹੈ, ਨਾ ਮੰਡੀ ਖਤਮ ਹੋ ਰਹੀ ਹੈ, ਨਾ ਸਰਕਾਰੀ ਖਰੀਦ ਖਤਮ ਹੋ ਰਹੀ ਹੈ। ਪਹਿਲੀ ਗੱਲ ਤਾਂ ਕਿਸਾਨ ਵੀਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਦੂਸਰਾ, ਕਿਸਾਨ ਨੂੰ ਆਜ਼ਾਦੀ ਦਿੱਤੀ ਹੈ ਕਿ ਜਿਸ ਦਾ ਉਹਦਾ ਦਿਲ ਕਰਦਾ ਹੈ MSP ਤੇ ਮੰਡੀ 'ਚ ਵੇਚਣੀ ਹੈ ਤੇ ਮੰਡੀ 'ਚ ਵੇਚੋ। ਜੇ ਤੁਹਾਨੂੰ ਲੱਗਦਾ ਹੈ ਕਿ MSP ਤੋਂ ਜ਼ਿਆਦਾ ਭਾਅ ਮਿਲ ਰਿਹਾ ਤੇ ਉਹ ਬਾਹਰ ਵੀ ਵੇਚਣ ਲਈ ਸੁਤੰਤਰ ਹੈ।
ਇਹ ਕਿਆ ਨਹੀਂ ਆਜ਼ਾਦੀ ਮਿਲਣੀ ਚਾਹੀਦੀ ਸੀ। ਦੂਸਰਾ ਜਿਹੜਾ ਇੱਕ ਭਰਮ ਪਲਾਨ ਦੀ ਕੋਸ਼ਿਸ਼ ਹੋਈ ਕਿ ਦੇਖੋ ਜੀ ਤੁਹਾਡੀਆਂ ਜੀ ਜ਼ਮੀਨਾਂ ਖੋਹ ਲੈਣੀਆਂ ਜੀ, ਤੁਹਾਡੇ ਉੱਤੇ ਤੁਸੀਂ ਭਈਏ ਬਣ ਜਾਣਾ ਜੀ, ਤੁਹਾਨੂੰ ਇਹ ਕਰ ਦੇਣਾ, ਜਾਂ ਤਾਂ ਉਹਨਾਂ ਕਾਨੂੰਨ ਨਹੀਂ ਪੜ੍ਹੇ। ਇਹ ਤਾਂ ਸਗੋਂ ਜ਼ਮੀਨ ਦੀ ਸੁਰੱਖਿਆ ਕੀਤੀ ਗਈ ਹੈ। ਕੋਈ ਵੀ ਠੇਕੇਦਾਰ ਜ਼ਮੀਨ ਦੇ ਦਾ ਜਿਹੜਾ ਹੈ ਉਹ ਠੇਕੇਦਾਰੀ ਨਹੀਂ ਲੈ ਸਕਦਾ। ਜ਼ਮੀਨ ਦਾ ਉਹਦੇ ਐਗਰੀਮੈਂਟ 'ਚ ਜ਼ਿਕਰ ਹੀ ਨਹੀਂ ਹੋ ਸਕਦਾ। ਐਗਰੀਮੈਂਟ ਕੇਵਲ ਫਸਲ ਦਾ ਹੋਣਾ, ਔਰ ਜੇ ਫਸਲ ਦਾ ਐਗਰੀਮੈਂਟ ਹੋਣਾ ਉਹ ਵੀ ਕਿਸਾਨ ਦੀਆਂ ਸ਼ਰਤਾਂ 'ਤੇ ਹੋਣਾ। ਉਹਦੇ ਅੰਦਰ ਵੀ ਕਿਸੇ ਪ੍ਰਕਾਰ ਦੀ ਦੁਵਿਧਾ ਕਿਸੇ ਨੂੰ ਨਹੀਂ ਹੋਣੀ ਚਾਹੀਦੀ, ਔਰ ਇਹਦੇ ਨਾਲ ਸਗੋਂ ਕਿਸਾਨ ਦੀ ਜ਼ਮੀਨ ਨੂੰ ਸੁਰੱਖਿਆ ਪ੍ਰਦਾਨ ਹੋਈ ਹੈ। ਜਦੋਂ ਤੱਕ ਸਵਾਲ ਹੈ ਕਿ ਬੀਜੇਪੀ ਕਿੱਦਾਂ ਲੈ ਕੇ ਜਾਏਗੀ, ਭਾਰਤੀ ਜਨਤਾ ਪਾਰਟੀ ਅਨੇਕ ਮਾਧਿਅਮ ਦੇ ਨਾਲ ਸੰਪਰਕ ਕਰ ਰਹੀ ਹੈ, ਔਰ ਮੈਨੂੰ ਲੱਗਦਾ ਕਿ ਕਿਸਾਨ ਵੀ ਵੀਰ ਭਰਾ ਵੀ ਜਿਹੜੇ ਆ ਇਸ ਗੱਲ ਨੂੰ ਸਮਝਣਗੇ। ਜੀ ਅਸ਼ਨੀ ਜੀ, ਇੱਥੇ ਇਹ ਇੰਪੋਰਟੈਂਟ ਗੱਲ ਹੈ ਕਿ ਬੀਜੇਪੀ ਵੱਡੀ ਪਾਰਟੀ ਜਿਹੜੀ ਦੂਜੀ ਵਾਰ ਕੇਂਦਰ ਵਿੱਚ ਆਈ ਹੈ, ਬੜੇ ਬਹੁਮਤ ਦੇ ਨਾਲ ਆਈ ਹੈ, ਤੁਸੀਂ ਕਿਸਾਨਾਂ ਨੂੰ ਕਨਵਿੰਸ ਕਿਉਂ ਨਹੀਂ ਕਰ ਪਾ ਰਹੇ? ਕਿਉਂ ਆਪਣੇ ਆਗੂਆਂ ਨੂੰ ਵੀ ਤੁਸੀਂ ਕਨਵਿੰਸ ਨਹੀਂ ਕਰ ਪਾ ਰਹੇ? ਜੇ ਤੁਸੀਂ ਕਹਿ ਰਹੇ ਹੋ ਬਿੱਲ ਇੰਨੇ ਫਾਇਦੇ ਦਾ ਸੌਦਾ ਹੈ, ਬਹੁਤ ਫਾਇਦਾ ਇਹਦੇ ਨਾਲ ਕਿਸਾਨਾਂ ਦਾ, ਤਾਂ ਇਹ ਥੱਲੇ ਤੱਕ ਕਿਉਂ ਨਹੀਂ ਪਹੁੰਚ ਰਹੀ ਗੱਲ? ਔਰ ਤੁਹਾਡੇ ਆਪਣੇ ਲੀਡਰ ਕਹਿ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ। ਜਿਆਣੀ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਸਾਬਕਾ ਮੰਤਰੀ ਉਹ ਕਹਿ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ, ਇਹ ਗਲਤ ਹੋ ਰਿਹਾ ਜੋ ਵੀ ਹੋ ਰਿਹਾ। ਐਸਾ ਕਿ ਮੈਂ ਜਾਨੀ ਸਾਹਿਬ ਦਾ ਸਾਰੀ ਗੱਲ ਸੁਣੀ ਹੈ। ਹਾਂਜੀ, ਸਾਰੀ ਪਾਰਟੀ ਕਿਸਾਨਾਂ ਦੇ ਹਿੱਤ 'ਚ ਹੈ ਜੀ, ਔਰ ਸਾਰੀ ਪਾਰਟੀ ਜਿਹੜੀ ਪਹਿਲੀ ਮੀਟਿੰਗ ਕਿਸਾਨਾਂ ਦੀ ਸਚਿਵ ਸਤਰ 'ਤੇ ਹੋਈ ਹੈ, ਉਹ ਪਾਰਟੀ ਦੇ ਪ੍ਰਯਾਸ ਨਾਲ ਹੀ ਹੋਈ ਹੈ। ਔਰ ਉਹ ਮੀਟਿੰਗ ਦੇ ਅੰਦਰ ਇਹ 2 ਘੰਟੇ ਬੈਠਕ ਚੱਲੀ ਹੈ। ਮੈਮੋਰੰਡਮ ਵੀ ਕਿਸਾਨ ਉੱਥੇ ਯੂਨੀਅਨਾਂ ਦੇ ਕੇ ਆਈਆਂ, ਲੇਕਿਨ ਬਾਹਰ ਆ ਕੇ ਉਹਨਾਂ ਨੇ ਦੂਸਰਾ ਪਕਸ਼ ਰੱਖਿਆ। ਅੱਜ ਵੀ ਪਾਰਟੀ ਦਾ ਪੂਰਾ ਪ੍ਰਯਾਸ ਹੈ ਕਿ ਗੱਲਬਾਤ ਦੇ ਮਾਧਿਅਮ ਦੇ ਨਾਲ ਪੰਜਾਬ ਦਾ ਕਿਸਾਨ ਜਿਹੜਾ, ਸਾਨੂੰ ਵੀ ਨਹੀਂ ਚੰਗਾ ਲੱਗਦਾ ਕਿ ਉਹ ਬਾਹਰ ਧਰਨਿਆਂ ਤੇ ਬੈਠੇ, ਰੇਲ ਤੇ ਬੈਠੇ। ਅਸੀਂ ਸੰਵੇਦਨਸ਼ੀਲ ਲੋਕ ਹਾਂ, ਸੰਵੇਦਨਸ਼ੀਲ ਪਾਰਟੀਆਂ। ਅਸੀਂ ਜਿਹੜੇ ਕਾਨੂੰਨ ਹੈ ਕਿਸਾਨਾਂ ਦੇ ਹਿੱਤ ਲਈ ਬਣਾਏ ਆ। ਔਰ ਕੱਲ੍ਹ ਹੀ ਇੱਕ ਟੀਵੀ ਚੈਨਲ ਦੇ ਅੰਦਰ ਖੇਤੀਬਾੜੀ ਮੰਤਰੀ ਜੀ ਨੇ ਕਿਹਾ ਕਿ ਮੈਂ ਕਿਸੇ ਵੀ ਵੇਲੇ ਕਿਸੇ ਵੀ ਕਿਸਾਨ ਯੂਨੀਅਨ ਨੂੰ, ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਕੋਈ ਵੀ ਵਿਅਕਤੀ ਮੈਨੂੰ ਮਿਲਣਾ ਚਾਹੁੰਦਾ, ਮੈਂ ਮਿਲਣ ਨੂੰ ਤਿਆਰ ਹਾਂ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਜਲਦੀ ਮੰਤਰੀ ਜੀ ਨਾਲ ਇਹਨਾਂ ਸਭ ਦੀ ਬੈਠਕ ਹੋ ਜਾਏ। ਜੀ, ਪਰ ਕੀ ਇਸ ਸਭ ਵਿੱਚ ਦੇਰੀ ਨਹੀਂ ਹੋ ਗਈ ਕਿ ਮਤਲਬ ਜੋ ਕਨੈਕਟ ਪਹਿਲੇ ਹੋਣਾ ਚਾਹੀਦਾ ਸੀ, ਜੋ ਐਕਸਪਲੇਨੇਸ਼ਨ, ਜੋ ਬਰੀਫਿੰਗ ਪਹਿਲੇ ਹੋਣੀ ਚਾਹੀਦੀ ਸੀ, ਉਸ ਵਿੱਚ ਲੇਟ ਹੋ ਗਏ? ਐਸਾ ਨਹੀਂ ਹੈ। ਬਰੀਫਿੰਗ ਤਾਂ ਪਾਰਟੀ ਨੂੰ 29 ਤਰੀਕ ਨੂੰ ਬੈਠਕ ਹੋਈ ਹੈ, 2 ਘੰਟੇ ਬੈਠਕ ਚੱਲੀ ਹੈ ਕੇਂਦਰ ਦੇ ਨੇਤਰਤਵ ਨਾਲ। ਉਹਨਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਪਾਰਟੀ ਸੰਪਰਕ 'ਚ ਹੈ। ਔਰ ਲੇਕਿਨ ਪੰਜਾਬ ਦੇ ਅੰਦਰ ਰਾਜਨੀਤਿਕ ਕਾਰਨਾਂ ਦੇ ਕਾਰਨ ਮੈਂ ਤਾਂ ਇਹ ਕਹੂੰਗਾ ਕਿ ਸਰਕਾਰ ਨੇ ਪ੍ਰਯੋਜਿਤ ਜਿਹੜੇ ਮਾਮਲੇ ਨੇ ਕਿ ਇਸ ਅੰਦੋਲਨ ਨੂੰ ਸਰਕਾਰ ਜਿਸ ਪ੍ਰਕਾਰ ਅੰਦੋਲਨ ਦੀ ਆੜ 'ਚ ਆਪਣੀਆਂ ਨਲਾਇਕੀਆਂ ਛੁਪਾ ਰਹੀ ਹੈ, ਉਹ ਦੁਰਭਾਗਿਆਪੂਰਨ ਹੈ। ਜੀ ਅਸ਼ਵਨੀ ਜੀ, ਜਿਹੜਾ ਇੱਕ ਮਾਹੌਲ ਥੋੜੇ ਟਾਈਮ ਬਾਅਦ ਬਣ ਜਾਂਦਾ ਹੈ ਬੀਜੇਪੀ ਦੇ ਖਿਲਾਫ ਕਿ ਬੀਜੇਪੀ ਕਦੀ ਆਰਡੀਐਫ ਰੋਕ ਲੈਂਦੀ ਹੈ, ਕਦੀ ਜੀਐਸਟੀ ਦੀਆਂ ਕਿਸ਼ਤਾਂ ਡਿਲੇ ਕਰਦੀ ਹੈ, ਇਹਨਾਂ ਸਭ ਮੁੱਦਿਆਂ ਨਾਲ ਤੁਸੀਂ ਕਿਵੇਂ ਨਜਿੱਠੋਗੇ? ਕਿਉਂਕਿ ਹੁਣ ਤੁਸੀਂ ਅੱਡ ਹੋ ਗਏ, 117 ਜਗ੍ਹਾ ਤੇ ਤੁਸੀਂ ਜਾਓਗੇ, ਕਿਵੇਂ? ਮਤਲਬ ਐਸਾ ਹੈ ਕਿ ਬੀਜੇਪੀ ਨਹੀਂ ਰੋਕਦੀ, ਕੇਂਦਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਦਾ ਮਾਮਲਾ। ਕੇਂਦਰ ਨੂੰ ਆਪਣੇ ਦੁਆਰਾ ਭੇਜੇ ਗਏ ਪੈਸੇ ਦੀ ਜਾਣਕਾਰੀ ਲੈਣ ਦਾ ਅਧਿਕਾਰ ਹੈ ਜਾਂ ਨਹੀਂ ਹੈ? ਜਿਹੜਾ ਗ੍ਰਾਮੀਣ ਵਿਕਾਸ ਦੇ ਲਈ ਪੈਸਾ ਆਇਆ, ਕਿਆ ਉਹ ਉੱਥੇ ਖਰਚਿਆ ਗਿਆ ਜਾਂ ਨਹੀਂ ਖਰਚਿਆ ਗਿਆ? ਪੈਸਾ ਆਇਆ ਹੈ, ਜਿਸ ਕੰਮ ਲਈ ਆਇਆ ਉਸ 'ਚ ਖਰਚੋਇਆ ਜਾਂ ਨਹੀਂ ਖਰਚੋਇਆ? ਇਹ ਗੱਲ ਪੁੱਛਣਾ ਕਿਆ ਗੁਨਾਹ ਹੈ? ਕੇਂਦਰ ਆਰਡੀਐਫ ਨੂੰ ਰੋਕ ਨਹੀਂ ਰਿਹਾ, ਉਹ ਇਹ ਪੁੱਛ ਰਿਹਾ ਕਿ ਜਿਹੜਾ ਪਹਿਲਾਂ ਤੁਹਾਨੂੰ ਆਇਆ ਉਹ ਕਿੱਥੇ ਲੱਗਿਆ, ਉਹਦੇ 'ਚ ਕੋਈ ਭ੍ਰਸ਼ਟਾਚਾਰ ਤਾਂ ਨਹੀਂ ਹੋਇਆ? ਉਹ ਪੈਸਾ ਜਿਨ੍ਹਾਂ ਕੰਮਾਂ ਲਈ ਆਇਆ ਸੀ ਉਹਨਾਂ ਕੰਮਾਂ 'ਚ ਵਰਤੋਇਆ ਜਾਂ ਨਹੀਂ ਵਰਤੋਇਆ? ਇਹ ਮੈਨੂੰ ਲੱਗਦਾ ਕਿ ਕੇਂਦਰ ਨੂੰ ਪੁੱਛਣਾ ਵੀ ਚਾਹੀਦਾ ਔਰ ਸਰਕਾਰ ਨੂੰ ਦੱਸਣਾ ਵੀ ਚਾਹੀਦਾ। ਇਸ ਕਰਕੇ ਇਹ ਸਰਕਾਰ ਆਪਣੀਆਂ ਨਲਾਇਕੀਆਂ ਛੁਪਾਉਣ ਦੇ ਲਈ ਕੇਂਦਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ, ਔਰ ਕੋਈ ਗੱਲ ਨਹੀਂ ਹੈਗੀ। ਰੇਲਾਂ ਨੂੰ ਲੈ ਕੇ ਜਿਹੜਾ ਮਾਹੌਲ ਬਣਿਆ ਹੋਇਆ ਹੈ, ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਭਰੋਸਾ ਦਿੱਤਾ ਹੈ, ਫਿਰ ਰੇਲਵੇ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਨੇ। ਕੀ ਲੱਗਦਾ ਤੁਹਾਨੂੰ ਇਸ ਸਭ ਦੇ ਵਿੱਚ ਕਿਤੇ ਪੰਜਾਬ ਪਿੱਛੇ ਛੁੱਟ ਰਿਹਾ? ਐਸਾ ਹੈ ਕਿ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਵੀ ਇੱਕ ਡੈਪੂਟੇਸ਼ਨ ਨੇ ਰੇਲ ਮੰਤਰੀ ਪਿਊਸ਼ ਗੋਇਲ ਜੀ ਨਾਲ ਬੈਠਕ ਕੀਤੀ ਔਰ ਆਪਣਾ ਮੈਮੋਰੰਡਮ ਵੀ ਦਿੱਤਾ। ਔਰ ਅਸੀਂ ਇਹ ਮੰਗ ਕੀਤੀ ਹੈ ਕਿ ਆਉਣ ਵਾਲੇ ਸਮੇਂ 'ਚ ਕਣਕ ਦੀ ਬਿਜਾਈ ਵੀ ਹੋਣੀ ਹੈ, ਖਾਦ ਵੀ ਚਾਹੀਦੀ ਹੋਣੀ ਹੈ। ਇਹ ਮਾਲ ਗੱਡੀਆਂ ਚੱਲਣੀਆਂ ਚਾਹੀਦੀਆਂ, ਪੈਸੰਜਰ ਗੱਡੀਆਂ ਵੀ ਜਿਹੜੀਆਂ ਚੱਲਣੀਆਂ ਚਾਹੀਦੀਆਂ। ਇਸ ਵੇਲੇ ਬੂਲਨ ਇੰਡਸਟਰੀ ਜਿਹੜੀ ਹੈ ਉਹਦਾ ਮਾਲ ਐਕਸਪੋਰਟ ਹੁੰਦਾ, ਬਹੁਤ ਦੂਰ ਜਾਂਦਾ। ਲੁਧਿਆਣਾ ਦੇ ਅੰਦਰ ਬਹੁਤ ਜ਼ਿਆਦਾ ਇੰਡਸਟਰੀ ਜਿਹੜੀ ਹੈ ਉਹ ਸਫਰ ਕਰ ਰਹੀ ਹੈ।
ਔਰ ਵਪਾਰ ਜਿਹੜਾ ਉਹਨੂੰ ਨੁਕਸਾਨ ਹੋ ਰਿਹਾ, ਇੰਡਸਟਰੀ ਨੂੰ ਨੁਕਸਾਨ ਹੋ ਰਿਹਾ, ਕਿਸਾਨ ਨੂੰ ਵੀ ਨੁਕਸਾਨ ਹੋ ਰਿਹਾ। ਤੇ ਉਹਨਾਂ ਨੇ ਬੜਾ ਸਾਫ਼ ਕਿਹਾ ਕਿ ਕੇਂਦਰ ਦੀ ਸਰਕਾਰ ਮਾਲ ਗੱਡੀਆਂ ਵੀ ਚਲਾਉਣ ਦੇ ਪੱਖਧਾਰ ਹੈ ਔਰ ਪੈਸੇਂਜਰ ਟ੍ਰੇਨ ਚਲਾਉਣਾ ਦੇ ਅੰਦਰ ਵੀ ਪੱਖਧਾਰ ਹੈ, ਲੇਕਿਨ ਸਟੇਟ ਗਵਰਨਮੈਂਟ ਨੂੰ ਸਿਕਿਉਰਿਟੀ ਕਲੀਅਰੈਂਸ ਦੇਣੀ ਪਏਗੀ। ਇਹਦੇ ਅੰਦਰ ਉਹਨਾਂ ਦੀ ਸ਼ੰਕਾ ਠੀਕ ਹੈ, ਉਹਨਾਂ ਨੇ ਮਾਲ ਗੱਡੀਆਂ ਪਿੱਛੇ ਜੀ ਚਲਾਈਆਂ, ਅੱਗੇ ਕੋਈ ਖੜਾ ਹੋ ਗਿਆ, ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਜੇ ਉਹਦੀ ਗਰੰਟੀ ਕੌਣ ਲਏਗਾ? ਬਾਕੀ ਗੱਡੀਆਂ ਚਲਾਉਣ ਨੂੰ ਕੇਂਦਰ ਤਿਆਰ ਬੈਠਾ ਹੈ, ਲੇਕਿਨ ਸੁਰੱਖਿਆ ਦੇਣਾ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਇਹ ਸਟੇਟ ਗਵਰਨਮੈਂਟ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਜਗ੍ਹਾ ਰੇਲ ਲਾਈਨਾਂ ਜਿਹੜੀਆਂ ਉਹ ਖਾਲੀ ਕਰਵਾਉਣੀਆਂ ਚਾਹੀਦੀਆਂ, ਉਹਨੂੰ ਸੁਰੱਖਿਆ ਦੇਣੀ ਚਾਹੀਦੀ ਹੈ, ਤਾਂ ਕਿ ਪੰਜਾਬ ਦੇ ਅੰਦਰ ਮਾਲ ਗੱਡੀਆਂ ਔਰ ਦੂਸਰੀਆਂ ਗੱਡੀਆਂ ਜਿਹੜੀਆਂ ਉਹ ਆਉਣ ਜਾਣ। ਔਰ ਜੰਮੂ ਕਸ਼ਮੀਰ ਦੇ ਅੰਦਰ ਵੀ ਸਾਡੇ ਫੌਜੀ ਇਸ ਵੇਲੇ ਆਤੰਕਵਾਦ ਦੇ ਨਾਲ ਲੜਾਈ ਲੜ ਰਹੇ ਨੇ, ਉਹਨਾਂ ਤੱਕ ਵੀ ਸਮਾਨ ਕਈ ਤਰ੍ਹਾਂ ਦਾ ਜਾਣਾ ਹੁੰਦਾ, ਇਹਦੇ 'ਚ ਰੁਕਾਵਟ ਨਾ ਆਏ ਜੀ। ਇਸ ਕਰਕੇ ਸਟੇਟ ਗਵਰਨਮੈਂਟ ਜਿਹੜੀ ਹੈ ਆਪਣੀ ਜ਼ਿੰਮੇਵਾਰੀ ਤੋਂ ਦੌੜੇ ਨਾ, ਸੁਰੱਖਿਆ ਪ੍ਰਦਾਨ ਕਰੇ। 117 ਸੀਟਾਂ ਵਿੱਚ ਫਿਰ ਜ਼ਿਆਦਾ ਧਿਆਨ ਪਠਾਨਕੋਟ ਵੱਲ ਰਹੇਗਾ ਜਾਂ ਪੰਜਾਬ ਪੂਰੇ ਵੱਲ? ਮੈਨੂੰ ਤੁਹਾਡਾ ਸਵਾਲ ਨਹੀਂ ਸਮਝ ਆਇਆ। ਮਤਲਬ ਜਿਹੜੀਆਂ 117 ਸੀਟਾਂ ਤੇ ਹੁਣ ਬੀਜੇਪੀ ਲੜੇਗੀ, ਤੁਸੀਂ ਪਠਾਨਕੋਟ ਨਾਲ ਤਾਲੁਕ ਰੱਖਦੇ ਹੋ, ਉਧਰ ਜ਼ਿਆਦਾ ਧਿਆਨ ਰਹੇਗਾ ਜਾਂ ਪੂਰੇ ਪੰਜਾਬ ਵੱਲ? ਮੈਂ ਪ੍ਰਧਾਨ ਪਠਾਨਕੋਟ ਦਾ ਨਹੀਂ ਹੈਗਾ, ਪੰਜਾਬ ਦਾ ਹੈਗਾ। ਮੇਰੇ ਲਈ ਪੰਜਾਬ ਦੇ ਹਰ ਕੋਨੇ ਦੀ ਸੀਟ ਜਿਹੜੀ ਮਹੱਤਵਪੂਰਨ ਹੈ। ਮੈਨੂੰ ਤੁਹਾਡਾ ਸਵਾਲ ਹੀ ਬੜਾ ਅਟਪਟਾ ਜਿਹਾ ਲੱਗਿਆ। ਪੰਜਾਬ ਦੇ ਪ੍ਰਧਾਨ ਦੇ ਲਈ 117 ਦੀਆਂ 117 ਸੀਟਾਂ ਮਹੱਤਵਪੂਰਨ ਹੈ ਔਰ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਨੂੰ ਲੈ ਕੇ ਆਪਣਾ ਸੰਗਠਨਾਤਮਕ ਢਾਂਚਾ, ਆਪਣੀ ਰਣਨੀਤੀ ਜਿਹੜੀ ਹੈ ਉਹ ਬਣਾ ਚੁੱਕੀ ਹੈ ਔਰ ਇਹਨੂੰ ਬਹੁਤ ਜਲਦੀ ਦਿਖਣ 'ਚ ਵੀ ਆਏਗੀ ਔਰ ਚੁਣਾਵਾਂ ਦੇ ਅੰਦਰ ਵੀ ਨਜ਼ਰ ਆਏਗਾ ਮਾਮਲਾ। ਜੀ, ਜਾਂਦੇ ਜਾਂਦੇ ਇੱਕ ਸਵਾਲ ਕਿ ਅਕਾਲੀ ਦਲ ਤੋਂ ਬਿਨਾਂ ਥੋੜਾ ਦਿੱਕਤ ਤਾਂ ਨਹੀਂ ਮਹਿਸੂਸ ਹੋ ਰਹੀ ਹੈ ਕਿ ਜੋ ਪਹਿਲੇ ਇਕੱਠੇ ਹੋ ਕੇ ਲੜਦੇ ਸੀ, ਇੱਕ ਮੁੱਠੀ ਬਣ ਕੇ ਲੜਦੇ ਸੀ, ਤੇ ਹੁਣ ਸਿੰਗਲ ਲੜਨਾ ਹੈ? ਐਸਾ ਹੈ ਕਿ ਰਸਤਾ ਉਹਨਾਂ ਨੇ ਚੁਣਿਆ ਜੀ। ਇਹ ਸਵਾਲ ਅਕਾਲੀ ਦਲ ਨੂੰ ਪੁੱਛਣਾ ਚਾਹੀਦਾ, ਮੈਨੂੰ ਨਹੀਂ। ਮੇਰੀ ਪਾਰਟੀ ਹਰ ਸਥਿਤੀ ਲਈ, ਹਰ ਪ੍ਰਸਥਿਤੀ ਲਈ ਆਪਣੇ ਸੰਗਠਨ, ਆਪਣਾ ਕਾਰਜਕਰਤਾ ਤਿਆਰ ਹੈ ਔਰ ਪੰਜਾਬ ਦੇ ਅੰਦਰ ਪੰਜਾਬੀਅਤ ਦੇ ਲਈ, ਪੰਜਾਬੀਆਂ ਦੇ ਲਈ ਕੰਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨਵੀਂ ਜ਼ਿੰਮੇਵਾਰੀ ਜਿਹੜੀ 117 ਸੀਟਾਂ ਦੀ ਮਿਲੀ ਹੈ ਇਹਨੂੰ ਬਖੂਬੀ ਨਿਭਾਏਗੀ ਔਰ ਪੰਜਾਬ ਦੇ ਹਿੱਤ ਦੇ ਲਈ, ਪੰਜਾਬ ਦੀ ਰਾਖੀ, ਅਧਿਕਾਰਾਂ ਦੀ ਰਾਖੀ ਦੇ ਲਈ, ਨਸ਼ਾ ਮੁਕਤ ਪੰਜਾਬ ਦੇਣ ਲਈ, ਭ੍ਰਸ਼ਟਾਚਾਰ ਮੁਕਤ ਪੰਜਾਬ ਦੇਣ ਲਈ, ਦਲਿਤ ਭਾਈਚਾਰੇ ਦੀ ਉਸਾਰੀ ਦੇ ਲਈ, ਨੌਜਵਾਨਾਂ ਦੇ ਲਈ ਇੱਕ ਬਲੂਪ੍ਰਿੰਟ ਲੈ ਕੇ ਸਾਹਮਣੇ ਆਏਗੀ ਕਿ ਜਿਹਦੇ 'ਚ ਇੰਡਸਟਰੀ ਵੀ ਖੁਸ਼ਹਾਲ ਹੋਏ, ਦਲਿਤ ਭਾਈਚਾਰਾ ਵੀ ਖੁਸ਼ਹਾਲ ਹੋਏ, ਨੌਜਵਾਨ ਵੀ, ਔਰ ਪੰਜਾਬ 'ਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ, ਭ੍ਰਸ਼ਟਾਚਾਰ ਖਤਮ ਹੋਏ, ਪੰਜਾਬ ਦੇ ਅੰਦਰ ਜਿਹੜਾ ਇਲੀਗਲ ਮਾਈਨਿੰਗ ਦਾ ਦੌਰ ਚੱਲ ਰਿਹਾ ਉਹ ਖਤਮ ਹੋਏ ਔਰ ਇੱਕ ਹੱਸਦਾ ਖਿਲਦਾ ਪੰਜਾਬ ਬਣੇ। ਇਹਦੇ ਲਈ ਬੀਜੇਪੀ ਹਰ ਪ੍ਰਯਾਸ ਕਰੇਗੀ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਪੰਜਾਬ ਬੀਜੇਪੀ ਪ੍ਰਧਾਨ ਨੇ ਹਰ ਮੁੱਦੇ ਤੇ ਆਪਣੀ ਗੱਲ ਰੱਖੀ। ਤੁਸੀਂ ਵੇਖਦੇ ਰਹੋ ਜਗਬਾਣੀ ਟੀਵੀ।